ਹੈਲੋ ਸਟੂਡੈਂਟਸ, ਮੈਂ ਹਾਂ ਤੁਹਾਡਾ ਆਪਣਾ ਮੋਹਿਤ ਢੀਂਗਰਾ। ਤਾਂ ਸੀਬੀਐਸਈ ਇੰਸਟੀਚਿਊਟ ਦੇ ਇਸ ਪਲੇਟਫਾਰਮ 'ਤੇ ਆਪਾਂ ਡਿਸਕਸ ਕਰ ਰਹੇ ਸੀ ਸਾਇੰਸ ਦੇ ਇੰਪੋਰਟੈਂਟ ਕੁਐਸਚਨਸ। ਤਾਂ ਲਾਸਟ ਵੀਡੀਓ ਦੇ ਵਿੱਚ ਆਪਾਂ ਪਾਰਟ 1 ਡਿਸਕਸ ਕੀਤਾ ਸੀ, ਤਾਂ ਅੱਜ ਆਪਾਂ ਡਿਸਕਸ ਕਰਾਂਗੇ ਪਾਰਟ 2। ਤਾਂ ਇਸ ਪਾਰਟ 2 ਦੇ ਵਿੱਚ ਵੀ ਆਪਾਂ ਸਾਇੰਸ ਦੇ ਮੋਸਟ ਇੰਪੋਰਟੈਂਟ ਕੁਐਸਚਨਸ ਨੂੰ ਡਿਸਕਸ ਕਰਾਂਗੇ। ਤਾਂ ਚੱਲਦੇ ਆਪਣੇ ਕੁਐਸਚਨਸ ਵੱਲ। ਫਸਟ ਕੁਐਸਚਨ ਦੇਖਦੇ, ਯਾਨੀ ਕਿ ਕੁਐਸਚਨ 14th, ਅਤੇ ਲਾਸਟ ਆਪਾਂ ਪਾਰਟ 1 ਦੇ ਵਿੱਚ ਡਿਸਕਸ ਕੀਤੇ ਸੀ ਕੁਐਸਚਨ 13 ਤੱਕ। 14th ਕੁਐਸਚਨ ਹੈ, ਵਿਚ ਆਫ ਦ ਫੋਲੋਇੰਗ ਆਰ ਦ ਲੌਂਗੈਸਟ ਸੈੱਲਸ ਆਫ ਹਿਊਮਨ ਬੋਡੀ। ਤਾਂ ਕੁਐਸਚਨ ਕੀ ਹੈ ਜੀ, ਲੌਂਗੈਸਟ ਸੈੱਲ ਆਫ ਹਿਊਮਨ ਬੋਡੀ। ਤਾਂ ਇੰਪੋਰਟੈਂਟ ਕੁਐਸਚਨ ਹੈ, ਆਪਣੀ ਬੋਡੀ ਦਾ ਸਭ ਤੋਂ ਵੱਡਾ ਸੈੱਲਸ। ਜਿਵੇਂ ਕਿ ਆਪਾਂ ਨੂੰ ਪਤਾ ਹੈ ਆਪਣੀ ਬੋਡੀ ਦੇ ਅੰਦਰ ਬਹੁਤ ਜ਼ਿਆਦਾ ਸੈੱਲਸ ਆਪਾਂ ਨੂੰ ਪਾਏ ਜਾਂਦੇ ਆ, ਠੀਕ ਹੈ ਜੀ। ਤਾਂ ਸਭ ਤੋਂ ਵੱਡਾ ਸੈੱਲ ਦੱਸਣਾ, ਇਹੋ ਜਿਹੇ ਕੁਐਸਚਨਸ ਆਪਾਂ ਨੂੰ ਐਗਜ਼ਾਮ 'ਚ ਪੁੱਛ ਲਏ ਜਾਂਦੇ ਆ। ਤਾਂ ਸਭ ਤੋਂ ਲੌਂਗੈਸਟ ਸੈੱਲ ਹੈ ਆਪਣੀ ਬੋਡੀ ਦਾ ਨਰਵ ਸੈੱਲਸ। ਤਾਂ ਸੀ ਆਪਸ਼ਨ ਇਹਦਾ ਆਨਸਰ ਹੋ ਜਾਊਗਾ ਜੀ, ਨਰਵ ਸੈੱਲਸ, ਜੋ ਕਿ ਆਪਣੇ ਬ੍ਰੇਨ, ਆਪਣੇ ਦਿਮਾਗ ਦੇ ਵਿੱਚ ਪਾਏ ਜਾਂਦੇ ਨਰਵ ਸੈੱਲਸ, ਉਹ ਆਪਣੀ ਬੋਡੀ ਦੇ ਵਿੱਚ ਸਭ ਤੋਂ ਲੌਂਗੈਸਟ ਸੈੱਲਸ ਹੁੰਦੇ। ਤਾਂ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਕੁਐਸਚਨ ਹੈ। ਸੈੱਲਸ ਦੇ ਵਿੱਚੋਂ ਸਭ ਤੋਂ ਲੌਂਗੈਸਟ ਸੈੱਲ ਹੋ ਜਾਊਗਾ ਨਰਵ ਸੈੱਲਸ। ਤਾਂ ਇਸ 'ਚੋਂ ਆਪਾਂ ਨੂੰ ਇੱਕ ਕੁਐਸਚਨ ਹੋਰ ਵੀ ਆ ਸਕਦਾ ਐਗਜ਼ਾਮ ਦੇ ਵਿੱਚ, ਜਿਵੇਂ ਕਿ ਆਪਾਂ ਨੂੰ ਐਗਜ਼ਾਮ 'ਚ ਕੁਐਸਚਨ ਆਉਂਦਾ ਹੈ ਸਟੱਡੀਜ਼ ਤੋਂ। ਤਾਂ ਆਪਾਂ ਨੂੰ ਕੁਐਸਚਨ ਆ ਸਕਦਾ ਵਟ ਇਜ਼ ਦਾ ਸਟੱਡੀ ਆਫ ਸੈੱਲ, ਮਤਲਬ ਸੈੱਲ ਦੀ ਸਟੱਡੀ ਨੂੰ ਕੀ ਕਿਹਾ ਜਾਂਦਾ ਹੈ। ਅਤੇ ਇਹ ਵੀ ਆਪਾਂ ਯਾਦ ਰੱਖਣਾ ਜੀ, ਸੈੱਲ ਦੀ ਸਟੱਡੀ ਨੂੰ ਕਿਹਾ ਜਾਂਦਾ ਹੈ ਸਾਈਟੋਲੋਜੀ। ਇਹ ਵੀ ਇੰਪੋਰਟੈਂਟ ਕੁਐਸਚਨ ਹੈ। ਸਟੱਡੀ ਆਫ ਸੈੱਲ ਇਜ਼ ਨੋਨ ਐਜ਼ ਸਾਈਟੋਲੋਜੀ। ਨੈਕਸਟ ਕੁਐਸਚਨ ਦੇਖਦੇ ਹਾਂ, 15th ਕੁਐਸਚਨ। 15th ਕੁਐਸਚਨ ਹੈ, ਵੇਅਰ ਇਜ਼ ਦਾ ਹੈਡਕੁਆਟਰਸ ਆਫ ਸੈਂਟਰਲ ਰਿਜ਼ਰਵ ਪੁਲਿਸ ਫੋਰਸ ਲੋਕੇਟਿਡ। ਤਾਂ ਆਪਾਂ ਨੂੰ ਕੁਐਸਚਨ ਹੈ CRPF, ਸੈਂਟਰਲ ਰਿਜ਼ਰਵ ਪੁਲਿਸ ਫੋਰਸ। ਇਹ ਸਾਇੰਸ ਐਂਡ ਟੈਕਨੋਲੋਜੀ, ਯਾਨੀ ਕਿ ਟੈਕਨੋਲੋਜੀ ਤੋਂ ਰਿਲੇਟਡ ਕੁਐਸਚਨ ਹੈ। CRPF, ਤਾਂ ਜਿਵੇਂ ਤੁਸੀਂ ਨਾਮ ਸੁਣਿਆ ਹੀ ਹੋਊਗਾ, ਆਪਾਂ TV ਵਗੈਰਾ 'ਚ ਦੇਖਦੇ ਹਾਂ CRPF, ਹੈ ਨਾ। ਇੱਦਾਂ ਦੀ ਕੁਛ ਪੁਲਿਸ ਫੋਰਸਿਸ ਹੈ ਆਪਣੇ ਇੰਡੀਆ ਦੇ ਵਿੱਚ, CISF, ਹੈ ਨਾ। ਤਾਂ ਆਪਾਂ ਨੂੰ CRPF ਦੇ ਹੈਡਕੁਆਟਰਸ ਪੁੱਛੇ ਆ, ਤਾਂ ਵੀ ਇੰਪੋਰਟੈਂਟ ਕੁਐਸਚਨ ਹੈ। ਸੈਂਟਰਲ ਰਿਜ਼ਰਵ ਪੁਲਿਸ ਫੋਰਸ, ਇਹਦੇ ਹੈਡਕੁਆਟਰਸ ਹੈ ਜੀ ਨਿਊ ਦਿੱਲੀ ਦੇ ਵਿੱਚ। ਨਿਊ ਦਿੱਲੀ ਦੇ ਵਿੱਚ ਇਹ ਆਪਸ਼ਨ ਇਹਦਾ ਕਰੈਕਟ ਆਨਸਰ ਹੈ। ਤਾਂ ਇੰਪੋਰਟੈਂਟ ਕੁਐਸਚਨ ਹੈ, ਸੈਂਟਰਲ ਰਿਜ਼ਰਵ ਪੁਲਿਸ ਫੋਰਸ, ਇਹਨਾਂ ਦੇ ਹੈਡਕੁਆਟਰਸ ਹੋ ਜਾਣਗੇ ਨਿਊ ਦਿੱਲੀ, ਜੋ ਕਿ ਆਪਣੇ ਇੰਡੀਆ ਦੀ ਕੈਪੀਟਲ ਵੀ ਹੈ ਨਿਊ ਦਿੱਲੀ। ਨਿਊ ਦਿੱਲੀ 'ਤੇ ਆਪਾਂ ਨੂੰ ਕੁਐਸਚਨ ਹੋਰ ਆ ਸਕਦਾ ਵੀ ਨਿਊ ਦਿੱਲੀ ਕਿਹੜੀ ਨਦੀ ਦੇ ਕਿਨਾਰੇ ਹੈ। ਤਾਂ ਨਿਊ ਦਿੱਲੀ ਆਪਾਂ ਯਾਦ ਰੱਖਣਾ ਹੈ ਜੀ, ਯਮੁਨਾ ਦੇ ਕਿਨਾਰੇ ਹੈ। ਯਮੁਨਾ ਨਦੀ ਦੇ ਕਿਨਾਰੇ ਕਿਹੜਾ ਸ਼ਹਿਰ ਹੈ? ਨਿਊ ਦਿੱਲੀ। ਕਿਉਂਕਿ ਆਪਾਂ ਨੂੰ ਕੁਐਸਚਨਸ ਆ ਜਾਂਦੇ ਐਗਜ਼ਾਮ ਦੇ ਵਿੱਚ, ਕੁਝ ਕੰਟਰੀਜ਼ ਜਿਨ੍ਹਾਂ ਦੀ ਕੈਪੀਟਲਸ ਇੰਪੋਰਟੈਂਟ ਹੈ, ਉਹ ਕਿਹੜੀ ਨਦੀ ਦੇ ਕਿਨਾਰੇ ਹੈ। ਤਾਂ ਇੰਡੀਆ ਦੀ ਕੈਪੀਟਲ ਹੈ ਨਿਊ ਦਿੱਲੀ, ਅਤੇ ਨਿਊ ਦਿੱਲੀ ਕਿਹੜੀ ਨਦੀ ਦੇ ਕਿਨਾਰੇ ਹੈ? ਯਮੁਨਾ। ਸ਼ਿਲੋਂਗ, ਸ਼ਿਲੋਂਗ 'ਤੇ ਆਪਾਂ ਨੂੰ ਕੁਐਸਚਨ ਆ ਸਕਦਾ ਸ਼ਿਲੋਂਗ ਕਿਹਦੀ ਕੈਪੀਟਲ ਹੈ? ਅਤੇ ਸ਼ਿਲੋਂਗ ਕੈਪੀਟਲ ਹੈ ਜੀ ਮੇਘਾਲਿਆ ਦੀ। ਮੇਘਾਲਿਆ, ਮੇਘਾਲਿਆ ਆਪਣੀ ਇੱਕ ਨਾਰਥ ਈਸਟ ਸਟੇਟ ਹੈ। ਤਾਂ ਇੰਡੀਆ ਦੇ ਵਿੱਚ ਨਾਰਥ, ਸਾਊਥ, ਈਸਟ, ਵੈਸਟ, ਨਾਰਥ ਈਸਟਰਨ ਸਟੇਟ ਹੈ ਜਿਹਦਾ ਨਾਮ ਹੈ ਮੇਘਾਲਿਆ, ਅਤੇ ਮੇਘਾਲਿਆ ਦੀ ਕੈਪੀਟਲ ਹੈ ਸ਼ਿਲੋਂਗ। ਠੀਕ ਹੈ ਜੀ। ਅਤੇ ਦੇਹਰਾਦੂਨ, ਦੇਹਰਾਦੂਨ 'ਤੇ ਆਪਾਂ ਨੂੰ ਕੁਐਸਚਨ ਆ ਸਕਦਾ ਹੈ ਦੇਹਰਾਦੂਨ ਕਿਹਦੀ ਕੈਪੀਟਲ ਹੈ? ਆਪਾਂ ਨੂੰ ਪਤਾ ਹੀ ਹੈ ਜੀ, ਦੇਹਰਾਦੂਨ ਕੈਪੀਟਲ ਹੈ ਜੀ ਉੱਤਰਾਖੰਡ ਦੀ। ਤਾਂ ਉੱਤਰਾਖੰਡ ਦੀ ਕੈਪੀਟਲ ਹੈ ਦੇਹਰਾਦੂਨ, ਇਹ ਵੀ ਆਪਾਂ ਯਾਦ ਰੱਖਣਾ। ਇਹ ਸੀ ਆਪਣਾ 15th ਕੁਐਸਚਨ। ਨੈਕਸਟ ਆਪਾਂ ਡਿਸਕਸ ਕਰਦੇ ਹਾਂ 16th ਕੁਐਸਚਨ। 16th ਕੁਐਸਚਨ ਕੀ ਹੈ, ਵਿਚ ਬੋਡੀ ਪਾਰਟ ਹੈਜ਼ ਦਾ ਫੇਮੂਰ ਬੋਨਸ। ਦੇਖੋ ਬੋਨਸ 'ਤੇ ਆਪਾਂ ਨੂੰ ਕੁਐਸਚਨ ਹੈ ਹੱਡੀ 'ਤੇ, ਅਤੇ ਹੱਡੀ ਦਾ ਨਾਮ ਕੀ ਹੈ ਜੀ? ਫੇਮੂਰ ਬੋਨ। ਫੇਮੂਰ ਇੱਕ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਬੋਨ ਹੈ। ਇਸ 'ਤੇ ਸਭ ਤੋਂ ਪਹਿਲਾਂ ਚਲੋ ਆਪਾਂ ਆਨਸਰ ਦੇਖਦੇ ਹਾਂ। ਸਭ ਤੋਂ ਪਹਿਲਾਂ ਇਸ ਕੁਐਸਚਨ ਦਾ ਆਨਸਰ ਕੀ ਹੈ, ਵਿਚ ਬੋਡੀ ਪਾਰਟ ਹੈਜ਼ ਦਾ ਫੇਮੂਰ ਬੋਨਸ। ਇਹਦਾ ਆਨਸਰ ਹੋ ਜਾਊਗਾ ਜੀ ਥਾਈਜ਼। ਥਾਈਜ਼ ਯਾਨੀ ਕਿ ਆਪਣੀ ਜਾਂਘ, ਆਪਣੇ ਪੈਰ ਦੇ ਵਿੱਚ ਜੋ ਜਾਂਘ ਹੁੰਦੀ ਹੈ ਉਹਦੇ ਵਿੱਚ ਪਾਈ ਜਾਂਦੀ ਹੈ ਫੇਮੂਰ ਬੋਨ। ਤਾਂ ਫੇਮੂਰ ਬੋਨ ਕਿਉਂ ਇੰਪੋਰਟੈਂਟ ਹੈ? ਬਿਕੋਜ਼ ਫੇਮੂਰ ਇਜ਼ ਦਾ ਲੌਂਗੈਸਟ ਬੋਨ ਇਨ ਹਿਊਮਨ ਬੋਡੀ। ਵੈਰੀ ਇੰਪੋਰਟੈਂਟ ਕੁਐਸਚਨ। ਆਪਣੀ ਹਿਊਮਨ ਬੋਡੀ ਦੀ ਸਭ ਤੋਂ ਲੰਬੀ, ਸਭ ਤੋਂ ਲੌਂਗੈਸਟ ਬੋਨ ਹੈ। ਤਾਂ ਜਿਵੇਂ ਕਿ ਆਪਾਂ ਨੂੰ ਪਤਾ ਆਪਣੀ ਹਿਊਮਨ ਬੋਡੀ ਐਡਲਟਸ ਦੇ ਵਿੱਚ ਟੋਟਲ ਬੋਨਸ ਕਿੰਨੀਆਂ ਹੁੰਦੀਆਂ, ਹੱਡੀਆਂ ਕਿੰਨੀਆਂ ਪਾਈਆਂ ਜਾਂਦੀਆਂ? 206। ਅਤੇ ਉਹਨਾਂ ਦੇ ਵਿੱਚੋਂ ਸਭ ਤੋਂ ਲੌਂਗੈਸਟ ਬੋਨ ਕਿਹੜੀ ਹੈ ਜੀ? ਫੇਮੂਰ ਬੋਨਸ। ਤਾਂ ਵੈਰੀ ਇੰਪੋਰਟੈਂਟ ਕੁਐਸਚਨ ਹੈ ਵੀ, ਫੇਮੂਰ ਬੋਨਸ ਜੋ ਕਿ ਕਿੱਥੇ ਪਾਈਆਂ ਜਾਂਦੀਆਂ? ਥਾਈਜ਼ ਦੇ ਵਿੱਚ। ਤਾਂ ਫੇਮੂਰ 'ਤੇ ਕੁਐਸਚਨ ਇਹ ਵੀ ਆ ਸਕਦਾ ਵੀ ਸਭ ਤੋਂ ਲੌਂਗੈਸਟ ਬੋਨ ਹੈ। ਜੇ ਆਪਾਂ ਨੂੰ ਕੁਐਸਚਨ ਆ ਜਾਏ ਸਭ ਤੋਂ ਸ਼ਾਰਟੈਸਟ ਬੋਨ, ਸਭ ਤੋਂ ਸ਼ਾਰਟੈਸਟ ਬੋਨ, ਇਹ ਵੀ ਆਪਾਂ ਨੂੰ ਕੁਐਸਚਨ ਆ ਸਕਦਾ ਜੀ। ਆਪਣੀ ਬੋਡੀ ਦੀ ਸਭ ਤੋਂ ਸ਼ਾਰਟੈਸਟ ਬੋਨ, ਸਭ ਤੋਂ ਛੋਟੀ ਬੋਨ, ਸਭ ਤੋਂ ਛੋਟੀ ਹੱਡੀ, ਉਹਦਾ ਨਾਮ ਕੀ ਹੈ ਜੀ? ਸਟੇਪੀਸ। ਇਹ ਵੀ ਆਪਾਂ ਯਾਦ ਰੱਖਣਾ।
ਤਾਂ ਸ਼ੋਰਟੈਸਟ ਬੋਨ ਸਭ ਤੋਂ ਛੋਟੀ ਬੋਨ ਹੈ ਜਿਹਦਾ ਨਾਮ ਹੈ ਸਟੇਪੀਸ। ਤੇ ਸਟੇਪੀਸ ਤੇ ਕੁਐਸਚਨ ਆਪਾਂ ਨੂੰ ਹੋਰ ਆ ਸਕਦਾ ਹੈ, ਸਟੇਪੀਸ ਬੋਨ ਕਿੱਥੇ ਪਾਈ ਜਾਂਦੀ ਹੈ? ਇਹ ਪਾਈ ਜਾਂਦੀ ਹੈ ਈਅਰ ਵਿੱਚ, ਆਪਣੇ ਕੰਨ ਦੇ ਵਿੱਚ ਸਟੇਪੀਸ। ਤਾਂ ਸਭ ਤੋਂ ਲੌਂਗੈਸਟ ਬੋਨ ਹੋ ਜੂਗੀ ਫੇਮੂਰ ਐਂਡ ਸਭ ਤੋਂ ਸ਼ੋਰਟੈਸਟ ਬੋਨ ਹੋ ਜੂਗੀ ਸਟੇਪੀਸ। ਇਹ ਕੁਐਸਚਨ ਆਪਾਂ ਨੂੰ ਹੋਰ ਆ ਸਕਦਾ ਹੈ, ਵਟ ਇਜ਼ ਦਾ ਸਟੱਡੀ ਆਫ ਬੋਨ? ਬੋਨ ਦੀ ਸਟੱਡੀ ਨੂੰ ਕੀ ਕਿਹਾ ਜਾਂਦਾ ਹੈ? ਸਟੱਡੀ ਆਫ ਬੋਨਸ, ਜਿਹੜੀ ਆਪਣੀ ਹੱਡੀ ਹੈ, ਹੱਡੀਆਂ ਦੀ ਵੀ ਇੱਕ ਪਾਰਟੀਕੂਲਰ ਸਟੱਡੀ ਹੈ, ਉਹਨੂੰ ਬੋਲਿਆ ਜਾਂਦਾ ਜੀ ਓਸਟੀਓਲੋਜੀ। ਵੈਰੀ ਇੰਪੋਰਟੈਂਟ, ਓਸਟੀਓਲੋਜੀ। ਤਾਂ ਓਸਟੀਓਲੋਜੀ ਇਜ਼ ਦਾ ਸਟੱਡੀ ਆਫ ਬੋਨਸ। ਠੀਕ ਹੈ ਸਟੂਡੈਂਟਸ, ਇੰਪੋਰਟੈਂਟ ਕੁਐਸਚਨ ਸੀ ਇਹ ਵੀ। ਨੈਕਸਟ ਕੁਐਸਚਨ ਤੇ ਚੱਲਦੇ ਹਾਂ। 17th ਕੁਐਸਚਨ। 17th ਕੁਐਸਚਨ ਹੈ, India's DRDO has developed a pilotless target aircraft. What is its name? ਇੰਡੀਆ ਦਾ ਇੱਕ ਡਿਪਾਰਟਮੈਂਟ ਹੈ ਜਿਹਦਾ ਨਾਮ ਹੈ ਜੀ DRDO। ਤਾਂ DRDO ਦੀ ਆਪਾਂ ਫੁੱਲ ਫੋਰਮ ਵੀ ਯਾਦ ਰੱਖਣੀ ਹੈ। DRDO ਦੀ ਫੁੱਲ ਫੋਰਮ ਹੈ ਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ ਆਰਗੇਨਾਈਜੇਸ਼ਨ। ਤਾਂ ਮੈਂ ਰਿਪੀਟ ਕਰ ਰਿਹਾ, DRDO ਦੀ ਫੁੱਲ ਫੋਰਮ ਹੈ ਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ ਆਰਗੇਨਾਈਜੇਸ਼ਨ। ਇਹ ਵੀ ਆਪਾਂ ਨੂੰ ਕੁਐਸਚਨ ਆ ਸਕਦਾ, ਜਿਵੇਂ ਆਪਾਂ ਨੂੰ ਪਤਾ ਆਪਾਂ ਨੂੰ ਐਬਰੀਵੇਸ਼ਨਸ ਤੋਂ ਵੀ ਕੁਐਸਚਨ ਆਉਂਦੇ। ਤਾਂ DRDO ਦੀ ਫੁੱਲ ਫੋਰਮ ਹੈ ਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ ਆਰਗੇਨਾਈਜੇਸ਼ਨ। ਇਹਨਾਂ ਨੇ ਕੀ ਡਿਵੈਲਪ ਕੀਤਾ? ਇੱਕ ਪਾਇਲਟਲੈਸ ਟਾਰਗੇਟ ਏਅਰਕ੍ਰਾਫਟ, ਇੱਕ ਉਹ ਏਅਰਕ੍ਰਾਫਟ ਜੋ ਕਿ ਪਾਇਲਟ ਤੋਂ ਬਗੈਰ ਚੱਲੂਗਾ। ਅਤੇ ਉਸ ਏਅਰਕ੍ਰਾਫਟ ਦਾ ਆਪਾਂ ਨਾਮ ਦੱਸਣਾ ਜੀ, ਆਪਸ਼ਨ ਹੈ 4th ਆਪਸ਼ਨ ਲਕਸ਼ਯ 2। ਤਾਂ ਡੀ ਆਪਸ਼ਨ ਇਹਦਾ ਕਰੈਕਟ ਆਨਸਰ ਹੈ, ਲਕਸ਼ਯ 2 ਕੀ ਇੱਕ ਪਾਇਲਟਲੈਸ ਟਾਰਗੇਟ ਏਅਰਕ੍ਰਾਫਟ। ਤੇ ਇਹਨੂੰ ਡਿਵੈਲਪ ਕਿਹਨੇ ਕੀਤਾ? ਇੰਡੀਆ ਦੇ ਇੱਕ ਡਿਪਾਰਟਮੈਂਟ ਜਿਹਦਾ ਨਾਮ ਹੈ DRDO, ਯਾਨੀ ਕਿ ਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ ਆਰਗੇਨਾਈਜੇਸ਼ਨ। ਓਕੇ ਜੀ, ਨੈਕਸਟ ਚੱਲਦੇ ਹਾਂ 18th ਕੁਐਸਚਨ 'ਤੇ। ਮੈਚ ਕਰਨੇ ਆਪਾਂ। ਤਾਂ ਇੱਕ ਪਾਸੇ ਆਪਣੇ ਕੋਲ ਕੁਛ ਚੀਜ਼ਾਂ ਦੇ ਨਾਮ ਹੈ, ਸਰਸ, ਭੀਸ਼ਮ, ਬ੍ਰਹਮੋਸ, ਇਨਸੈਟ 3Z। ਅਤੇ ਸੈਕਿੰਡ ਪਾਰਟ ਹੈ ਬੈਟਲ ਟੈਂਕ, ਮਲਟੀਪਰਪਜ਼ ਸਿਵਲ ਏਅਰਕ੍ਰਾਫਟ, ਸੈਟੇਲਾਈਟ ਐਂਡ ਮਿਸਾਈਲ। ਆਪਾਂ ਮੈਚ ਕਰਨਾ ਕਿਹੜਾ ਕਿਹਦੇ ਨਾਲ ਫਿੱਟ ਬੈਠਦਾ। ਤਾਂ ਆਪਾਂ ਕੀ ਕਰਕੇ ਦੇਖੋ ਸਟੂਡੈਂਟ, ਸਭ ਤੋਂ ਪਹਿਲਾਂ ਜੇ ਆਪਾਂ ਦੇਖੀਏ ਤਾਂ ਆਪਣਾ ਧਿਆਨ ਜਾਊਗਾ ਬ੍ਰਹਮੋਸ 'ਤੇ। ਆਪਾਂ ਡੇਲੀ ਲਾਈਫ ਦੇ ਵਿੱਚ ਸੁਣਿਆ ਹੁੰਦਾ ਨਿਊਜ਼ਪੇਪਰ ਵਗੈਰਾ। ਬ੍ਰਹਮੋਸ ਕੀ ਹੈ? ਬ੍ਰਹਮੋਸ ਇੱਕ ਮਿਸਾਈਲ ਦਾ ਨਾਮ ਹੈ। ਤਾਂ ਬ੍ਰਹਮੋਸ ਦੇ ਨਾਲ ਆਪਾਂ ਟਿਕ ਕਰ ਦਾਂਗੇ ਮਿਸਾਈਲ। ਤਾਂ ਬ੍ਰਹਮੋਸ ਕੀ ਹੈ ਜੀ? ਇੱਕ ਮਿਸਾਈਲ ਦਾ ਨਾਮ ਹੈ। ਠੀਕ ਹੈ ਜੀ, ਬ੍ਰਹਮੋਸ ਦੇ ਨਾਲ ਆਪਾਂ ਟਿਕ ਕਰ ਦਾਂਗੇ ਮਿਸਾਈਲ। ਬ੍ਰਹਮੋਸ ਮਿਸਾਈਲ ਹੈ ਜਿਹਨੂੰ ਇੰਡੀਆ ਅਤੇ ਰਸ਼ੀਆ ਦੋ ਕੰਟਰੀਜ਼ ਨੇ ਮਿਲ ਕੇ ਬਣਾਇਆ ਮਿਸਾਈਲ। ਇਨਸੈਟ 3C, ਇਨਸੈਟ 3C ਵੀ ਆਪਾਂ ਸੁਣਿਆ ਹੁੰਦਾ। ਇਨਸੈਟ 3C ਸੈਟੇਲਾਈਟ ਹੈ। ਇਨਸੈਟ ਦੇਖੋ, ਸੈਟ ਵਰਡ ਵਿੱਚ ਆ ਰਿਹਾ, ਸੈਟ ਤੋਂ ਆਪਾਂ ਸੈਟੇਲਾਈਟ ਯਾਦ ਰੱਖ ਸਕਦੇ ਹਾਂ। ਭੀਸ਼ਮ, ਭੀਸ਼ਮ ਦੇਖੋ ਇੱਕ ਟੈਂਕ ਦਾ ਨਾਮ ਲੱਗ ਰਿਹਾ। ਭੀਸ਼ਮ ਵੈਸੇ ਵੀ ਕਾਫੀ ਜ਼ਿਆਦਾ ਬਲਕੀ ਜਿਹਾ ਨਾਮ ਹੈ, ਮੋਟਾ ਜਿਹਾ ਨਾਮ ਹੈ ਭੀਸ਼ਮ। ਤਾਂ ਉੱਥੋਂ ਆਪਾਂ ਟੈਂਕ ਯਾਦ ਰੱਖ ਸਕਦੇ, ਕਿਉਂਕਿ ਟੈਂਕ ਵੀ ਕਾਫੀ ਜ਼ਿਆਦਾ ਹੈਵੀ ਹੁੰਦੇ, ਭੀਸ਼ਮ ਹੁੰਦੇ, ਵੱਡੇ ਹੁੰਦੇ ਆ। ਅਤੇ ਰਹਿ ਗਈ ਇੱਕ ਆਪਸ਼ਨ ਸਰਸ। ਸਰਸ ਕੀ ਇੱਕ ਮਲਟੀਪਰਪਜ਼ ਸਿਵਲ ਏਅਰਕ੍ਰਾਫਟ, ਇੱਕ ਏਅਰਕ੍ਰਾਫਟ ਦਾ ਨਾਮ। ਤਾਂ ਆਪਾਂ ਯਾਦ ਰੱਖਾਂਗੇ ਸਰਸ ਇੱਕ ਏਅਰਕ੍ਰਾਫਟ ਦਾ ਨਾਮ ਹੈ, ਭੀਸ਼ਮ ਇੱਕ ਬੈਟਲ ਟੈਂਕ ਹੈ, ਬ੍ਰਹਮੋਸ ਇੱਕ ਮਿਸਾਈਲ ਹੈ, ਐਂਡ ਇਨਸੈਟ 3C ਇੱਕ ਸੈਟੇਲਾਈਟ ਹੈ। ਤਾਂ ਇਹਦੇ ਅਕੋਰਡਿੰਗਲੀ ਆਪਣੀ ਆਪਸ਼ਨ ਹੋ ਚੁੱਕੀ 4th ਆਪਸ਼ਨ, ਡੀ ਆਪਸ਼ਨ ਇਜ਼ ਦਾ ਕਰੈਕਟ ਆਂਸਰ। ਨੈਕਸਟ ਹੈ ਜੀ 19th ਕੁਐਸਚਨ, ਵਿਚ ਬੇਸ ਇਜ਼ ਪ੍ਰੈਜ਼ੈਂਟ ਇਨ ਸੋਪ। ਡੇਲੀ ਲਾਈਫ 'ਚ ਕੁਐਸਚਨ ਹੈ, ਸੋਪ ਯਾਨੀ ਕਿ ਸਾਬੁਨ। ਆਪਾਂ ਡੇਲੀ ਲਾਈਫ 'ਚ ਸਾਬੁਨ ਯੂਜ਼ ਕਰਦੇ ਹਾਂ, ਹੈ ਨਾ। ਤਾਂ ਉਹਦੇ ਵਿੱਚ ਆਪਾਂ ਬੇਸ ਦੱਸਣਾ ਕਿਹੜਾ ਬੇਸ। ਤਾਂ ਦੋ ਚੀਜ਼ਾਂ ਹੁੰਦੀਆਂ ਜੀ ਆਪਣੇ ਕੋਲ, ਇੱਕ ਹੁੰਦਾ ਐਸਿਡ, ਦੂਸਰੇ ਹੁੰਦੇ ਆ ਬੇਸ। ਠੀਕ ਹੈ, ਇਹਦੇ ਵਿੱਚ ਆਪਣੇ ਕੋਲ ਸਿੰਪਲ ਜਿਹਾ ਕੰਸੈਪਟ ਹੈ। ਆਪਣਾ ਇੱਕ pH ਸਕੇਲ ਹੁੰਦਾ ਜਿਹਦੀ ਵੈਲਿਊ 0 ਤੋਂ 14 ਹੁੰਦੀ ਹੈ, ਐਂਡ ਵਿੱਚ ਹੁੰਦਾ 7। ਜਿਨ੍ਹਾਂ ਦੀ ਵੈਲਿਊ 0 ਤੋਂ 7 ਹੈ ਉਹ ਹੁੰਦੇ ਜੀ ਐਸਿਡ, ਅਤੇ ਜਿਨ੍ਹਾਂ ਦੀ ਵੈਲਿਊਜ਼ pH ਵੈਲਿਊ 7 ਤੋਂ 14 ਹੁੰਦੀ ਹੈ ਜੀ ਬੇਸ। ਤਾਂ ਆਪਾਂ ਬੇਸ ਦੱਸਣਾ ਜਿਹੜਾ ਬੇਸ ਪ੍ਰੈਜ਼ੈਂਟ ਹੈ ਸੋਪ ਦੇ ਵਿੱਚ। ਤਾਂ ਸੋਪ ਦੇ ਵਿੱਚ ਜੋ ਪ੍ਰੈਜ਼ੈਂਟ ਹੁੰਦਾ ਬੇਸ, ਉਹਦਾ ਨਾਮ ਹੈ ਜੀ ਏ ਆਪਸ਼ਨ, ਸੋਡੀਅਮ ਹਾਈਡਰੋਕਸਾਈਡ। ਸੋਡੀਅਮ ਯਾਨੀ ਕਿ Na, ਹਾਈਡਰੋਕਸਾਈਡ ਮਤਲਬ OH। ਤਾਂ ਸੋਡੀਅਮ ਹਾਈਡਰੋਕਸਾਈਡ ਦਾ ਫਾਰਮੂਲਾ ਵੀ ਆਪਾਂ ਯਾਦ ਰੱਖਣਾ NaOH। ਸੋਡੀਅਮ ਹਾਈਡਰੋਕਸਾਈਡ ਇੱਕ ਬੇਸ ਹੁੰਦਾ ਜੋ ਕਿ ਪ੍ਰੈਜ਼ੈਂਟ ਹੁੰਦਾ ਸੋਪਸ ਦੇ ਵਿੱਚ। ਨੈਕਸਟ ਹੈ ਜੀ 20th ਕੁਐਸਚਨ। 20th ਕੁਐਸਚਨ ਕੀ ਹੈ? ਵਟ ਟਾਈਪ ਆਫ ਮੋਸ਼ਨ ਇਜ਼ ਦਾ ਸਵਿੰਗਿੰਗ ਆਫ ਪੈਂਡੂਲਮ ਆਫ ਏ ਕਲੋਕ। ਪੈਂਡੂਲਮ ਆਪਾਂ ਦੇਖਿਆ ਹੁੰਦਾ ਜੀ, ਪੈਂਡੂਲਮ ਜੋ ਕਲੋਕਸ ਦੇ ਵਿੱਚ ਵੀ ਹੁੰਦਾ ਕਈ ਵਾਰ, ਹੈ ਨਾ, ਨੀਚੇ। ਐਂਡ ਵੈਸੇ ਵੀ ਆਪਾਂ ਪੈਂਡੂਲਮ ਦੇਖਿਆ ਹੁੰਦਾ। ਪੈਂਡੂਲਮ ਦੀ ਇੱਕ ਮੋਸ਼ਨ ਹੁੰਦੀ ਹੈ, ਲਾਈਕ ਇੱਦਾਂ ਦੀ ਇੱਕ ਮੋਸ਼ਨ ਹੁੰਦੀ ਹੈ ਪੈਂਡੂਲਮ ਦੀ। ਪੈਂਡੂਲਮ ਸਵਿੰਗ ਕਰਦਾ ਇੱਦਾਂ। ਉਹ ਕਿਹੜੀ ਮੋਸ਼ਨ ਹੋ ਜੂਗੀ ਪੈਂਡੂਲਮ ਦੀ? ਇਹ ਆਪਸ਼ਨ ਓਸੀਲੇਟਿੰਗ ਮੋਸ਼ਨ। ਤਾਂ ਪੈਂਡੂਲਮ
ਦੀ ਮੋਸ਼ਨ ਆਪਾਂ ਦੱਸਣੀ ਹੈ। ਇਸ ਦੀ ਮੋਸ਼ਨ ਕਿਹੜੀ ਹੁੰਦੀ ਜੀ, ਓਸੀਲੇਟਿੰਗ ਮੋਸ਼ਨ। ਤੇ ਓਸੀਲੇਟਿੰਗ ਮੋਸ਼ਨ ਦਾ ਇੱਕ ਦੂਸਰਾ ਨਾਮ ਵੀ ਹੈ, ਇਹਨੂੰ ਬੋਲਿਆ ਜਾਂਦਾ ਹੈ ਟੂ ਐਂਡ ਫਰੋ ਮੋਸ਼ਨ, ਟੂ ਐਂਡ ਫਰੋ ਮੋਸ਼ਨ। ਤਾਂ ਸਵਿੰਗਿੰਗ ਆਫ ਦਾ ਪੈਂਡੂਲਮ ਆਫ ਏ ਕਲੋਕ, ਪੈਂਡੂਲਮ ਦੀ ਮੋਸ਼ਨ ਆਪਾਂ ਦੱਸਣੀ ਕਿਹੜੀ ਹੁੰਦੀ ਜੀ, ਓਸੀਲੇਟਿੰਗ ਮੋਸ਼ਨ। ਤੇ ਓਸੀਲੇਟਿੰਗ ਮੋਸ਼ਨ ਦਾ ਦੂਸਰਾ ਨਾਮ ਕੀ ਹੈ ਜੀ, ਟੂ ਐਂਡ ਫਰੋ ਮੋਸ਼ਨ। नेक्स्ट अपना क्वेश्चन है 21st, ऑन विच प्रिंसिपल डज द हाइड्रोलिक लिफ्ट वर्क्स। हाइड्रोलिक लिफ्ट द प्रिंसिपल दसना, प्रिंसिपल ਉਹਦਾ सिद्धांत की है। तो सिद्धांत काफ़ी इंपॉर्टेंट क्वेश्चन है। सैकेंड ऑप्शन ਇਹਦਾ आंसर है पास्कल्स लॉ। तो पास्कल्स लॉ यानी कि एक साइंटिस्ट के नाम तो इन्हों का नाम रखा गया पास्कल, ब्लेज पास्कल इन्हों का नाम सी। तो उन्होंने एक प्रिंसीपल दसिया सी। पास्कल्स लॉ ਆਪਾਂ प्रिंसीपल ਤੇ ਤਾਂ ਨਹੀਂ ਜਾਣਾ, ਉਹ प्रिंसीपल ਕੀ ਸੀ ਤਾਂ ਆਪਾਂ ਸਿੰਪਲੀ ਯਾਦ ਰੱਖਣਾ ਹਾਈਡ੍ਰੋਲਿਕ ਲਿਫਟਸ। ਜਿਵੇਂ ਆਪਾਂ ਦੇਖਦੇ ਹਾਂ ਲਿਫਟ ਵਗੈਰਾ ਆਪਾਂ ਯੂਜ਼ ਕਰਦੇ ਹਾਂ, ਲਿਫਟਸ ਹੁੰਦੀਆਂ, ਹਾਈਡ੍ਰੋਲਿਕ ਪ੍ਰੈਸ ਹੁੰਦੀ ਹੈ, ਹਾਈਡ੍ਰੋਲਿਕ ਬ੍ਰੇਕਸ ਹੁੰਦੀਆਂ, ਤਿੰਨ ਚੀਜ਼ਾਂ ਹੋ ਗਈਆਂ। ਇਹਨਾਂ ਤੇ ਤਿੰਨਾਂ ਤੇ ਇੱਕੋ ਹੀ ਕੁਐਸਚਨ ਆਪਾਂ ਨੂੰ ਐਗਜ਼ਾਮ 'ਚ ਆਊਗਾ, ਉਹਨਾਂ ਦੇ ਪਿੱਛੇ ਪ੍ਰਿੰਸੀਪਲ ਕਿਹੜਾ ਹੁੰਦਾ ਜੀ, ਪਾਸਕਲਸ ਲॉ। ਤਾਂ ਇੰਪੋਰਟੈਂਟ ਕੁਐਸਚਨ ਹੈ ਹਾਈਡ੍ਰੋਲਿਕ ਬ੍ਰੇਕਸ, ਹਾਈਡ੍ਰੋਲਿਕ ਪ੍ਰੈਸ, ਹਾਈਡ੍ਰੋਲਿਕ कोई भी चीज़, हाइड्रोलिक ब्रेक्स, हाइड्रोलिक प्रेस हो गया, हाइड्रोलिक लिफ्ट्स हो गए, इन्हों के पिछे जोड़ा प्रिंसीपल है वो हमेशा की रहूगा, पास्कल्स लॉ। ये पानी के प्रैशर को यूज़ करके लिफ्टिंग की जाती है हाइड्रोलिक लिफ्ट्स के। तो ये कंसैप्ट आप याद रखना है, इंपॉर्टेंट क्वेश्चन है 21st। नैक्सट आप डिस्कस करते हैं जी 22nd क्वेश्चन, वट इज़ द फुल फॉर्म ऑफ DNA, सॉरी RNA। तो RNA की फुल फॉर्म आप दसनी है, इंपॉर्टेंट है। तो अपनी बॉडी के अंदर कुछ प्रोटीन्स, न्यूक्लिक एसिड्स पाए जाते हैं। तो RNA कुछ नहीं है, जस्ट प्रोटीन्स होंगे। तो RNA की आप फुल फॉर्म दसनी है, फुल फॉर्म है जी यदि ए ऑप्शन, राइबो न्यूक्लिक एसिड। वेरी इंपॉर्टेंट क्वेश्चन। मिलता जुलता क्वेश्चन अपन एक होर आ सकता है, DNA। DNA की फुल फॉर्म हो जाए जी डी ऑक्सी राइबो न्यूक्लिक एसिड, डी ऑक्सी राइबो न्यूक्लिक एसिड। एंड RNA की फुल फॉर्म है जी राइबो न्यूक्लिक एसिड। तो यह भी फुल फॉर्म तो इंपॉर्टेंट क्वेश्चन सी। लाइक आप कुछ फुल फॉर्म्स पहला भी याद की हैं, जिमें DRDO डिफेंस रिसर्च एंड डेवलपमेंट ऑर्गेनाइजेशन, BOD आप फस्ट लैक्चर पार्ट 1 की सी। BOD मतलब बायोलॉजिकल ऑक्सीजन डिमांड। तो इदा आपू डेली लाइफ के आपको पता होनी चाहिए है, DNA RNA चीज़ा काफ़ी न्यूज़ च रही हैं। तो आप याद रखना है DNA की फुल फॉर्म है जी राइबो डी ऑक्सी राइबो न्यूक्लिक एसिड। एंड RNA की फुल फॉर्म है राइबो न्यूक्लिक एसिड। नेक्स्ट है जी 23rd क्वेश्चन। 23rd क्वेश्चन है, हु इज़ नोन एज द फादर ऑफ पीरियोडिक टेबल। तो कैमिस्ट्री तो क्वेश्चन है। कैमिस्ट्री के आप बहुत सारे एलीमेंट्स देखते हैं, हाइड्रोजन, हीलीयम, कार्बन, नाइट्रोजन, सल्फर, है ना, ये नाम आप सुने होंगे। उन्होंने सारे एलीमेंट्स उन्होंने सारे आप एक टेबल के एडजस्ट किया, टेबल के रखा। तो सब तो पहला उन्होंने एलीमेंट्स टेबल के किन्ना ने रखा, उन्हों का नाम से दिमित्री मैंडलीव। तो ये ऑप्शन आंसर है दिमित्री मैंडलीव। तो उन्होंने सब तो पहला पीरियोडिक टेबल बनाया, इस करके उन्होंने आप की कहने जी फादर ऑफ पीरियोडिक टेबल। तो इंपॉर्टेंट क्वेश्चन है, फादर ऑफ पीरियोडिक टेबल आप किन्हों कहेंगे, दिमित्री मैंडलीव्स। ये क्वेश्चन अपन होर आ सकता है एंटोनिन लवोजियर। तो इन्हों की क्वेश्चन आ सकता है एंटोनिन लवोजियर। एंटोनिन लवोजियर इज़ द फादर ऑफ मॉडर्न केमिस्ट्री, फादर ऑफ मॉडर्न केमिस्ट्री। जो आप केमिस्ट्री पढ़ते हैं, फादर ऑफ मॉडर्न केमिस्ट्री के फादर कौन है, एंटोनिन लवोजियर। ये क्वेश्चन अपन होर बन सकता है हैनरी मोजले। तो ये भी इंपॉर्टेंट क्वेश्चन है। हैनरी मोजले को आप कहने जी फादर ऑफ मॉडर्न पीरियोडिक टेबल, फादर ऑफ मॉडर्न पीरियोडिक टेबल। देखो दो क्वेश्चन बन गए। जे अपन क्वेश्चन आऊगा फादर ऑफ पीरियोडिक टेबल सिंपली, तो अपना आंसर हो जाएगा जी दिमित्री मैंडलीव। लेकिन अगर अपन क्वेश्चन आऊगा फादर ऑफ मॉडर्न पीरियोडिक टेबल, तो यदा आंसर हो जाएगा जी हैनरी मोजले। ये आप ध्यान रखना है। तो यह भी इंपॉर्टेंट क्वेश्चन सी 23rd क्वेश्चन, फादर ऑफ पीरियोडिक टेबल दिमित्री मैंडलीव्स। नैक्सट चलते हैं अगले क्वेश्चन पे। 24th क्वेश्चन है, विद विच ऑफ द फॉलोइंग ऑर्गन्स, बॉडी ऑर्गन इज पेस मेकर एसोसिएटेड। वेरी इंपॉर्टेंट क्वेश्चन, पेस मेकर एसोसिएटेड विद सी ऑप्शन इसका करैक्ट आंसर है हार्ट, यानी कि अपना दिल। तो जिमें आपको पता है अपना दिल
ਇੱਕ ਨੋਰਮਲ ਇਨਸਾਨ ਦਾ ਦਿਲ 60 ਤੋਂ ਲੈ ਕੇ 80 ਵਾਰ ਧੜਕਦਾ 1 ਮਿੰਟ ਦੇ ਵਿੱਚ, ਯਾਨੀ ਕਿ 60 ਤੋਂ ਲੈ ਕੇ 80 ਵਾਰ ਆਪਣੀ ਬੋਡੀ ਦੇ ਵਿੱਚ ਬਲੱਡ ਨੂੰ, ਖੂਨ ਨੂੰ ਪੰਪ ਕਰਦਾ। ਲੇਕਿਨ ਕਈ ਵਾਰ ਕੀ ਹੁੰਦਾ, ਇਹ ਜਿਹੜੀ ਪੰਪਿੰਗ ਹੈ 60 to 80 ਟਾਈਮਸ, ਇਹ ਕਈ ਵਾਰ ਨੈਚੁਰਲੀ ਆਪਣੇ ਆਪ ਹੀ ਰਿਡਿਊਸ ਹੋ ਜਾਂਦੀ ਹੈ, 40 ਤੱਕ ਚਲੀ ਜਾਂਦੀ ਹੈ ਵੈਲਿਊਜ਼, ਮਤਲਬ ਪੰਪ ਕਰਨਾ ਬਲੱਡ ਨੂੰ ਬੰਦ ਕਰ ਦਿੰਦਾ ਆਪਣਾ ਹਾਰਟ। ਤਾਂ ਉਹਦੇ ਲਈ ਜੋ ਪੇਸ਼ੈਂਟਸ ਹੁੰਦੇ ਆ ਉਹਨਾਂ ਦੀ ਬੋਡੀ ਦੇ ਵਿੱਚ ਇੱਕ ਔਰਗਨ, ਉਹਨਾਂ ਦੀ ਬੋਡੀ ਦੇ ਵਿੱਚ ਇੱਕ ਇੰਸਟਰੂਮੈਂਟ ਫਿੱਟ ਕੀਤਾ ਜਾਂਦਾ, ਉਸ ਇੰਸਟਰੂਮੈਂਟ ਦਾ ਨਾਮ ਕੀ ਹੈ ਜੀ? ਪੇਸ ਮੇਕਰ। ਤਾਂ ਇੰਪੋਰਟੈਂਟ ਕੁਐਸਚਨ ਹੈ, ਪੇਸ ਮੇਕਰ ਇਜ਼ ਐਸੋਸੀਏਟਿਡ ਵਿਦ ਹਾਰਟ। ਕੁਐਸਚਨ ਆਪਾਂ ਨੂੰ ਇੱਕ ਹੋਰ ਆ ਸਕਦਾ ਹੈ ਹਾਰਟ ਦੀ ਸਟੱਡੀ 'ਤੇ। ਸਟੱਡੀ 'ਤੇ ਆਪਾਂ ਨੂੰ ਸਾਇੰਸ ਦੇ ਵਿੱਚ ਇੱਕ ਕੁਐਸਚਨ ਜ਼ਰੂਰ ਆਉਂਦਾ, ਬਾਇਓ ਦੇ ਵਿੱਚ। ਹਾਰਟ ਦੀ ਇੱਕ ਸਟੱਡੀ ਹੁੰਦੀ ਹੈ ਜੀ, ਸਟੱਡੀ ਆਫ ਹਾਰਟ ਇਜ਼ ਨੋਨ ਐਜ਼ ਕਾਰਡੀਓਲੋਜੀ। ਤਾਂ ਕਾਰਡੀਓਲੋਜੀ ਇਜ਼ ਦਾ ਸਟੱਡੀ ਆਫ ਹਾਰਟ। ਵੈਰੀ ਇੰਪੋਰਟੈਂਟ ਕੁਐਸਚਨ। ਇੱਕ ਕੁਐਸਚਨ ਆਪਾਂ ਨੂੰ ਹੋਰ ਆ ਸਕਦਾ, ਸਟੱਡੀ ਆਫ ਬ੍ਰੇਨ। ਬ੍ਰੇਨ, ਦਿਮਾਗ ਦੀ ਸਟੱਡੀ ਨੂੰ ਕੀ ਬੋਲਦੇ ਜੀ? ਨਿਊਰੋਲੋਜੀ। ਸਟੱਡੀ ਆਫ ਬ੍ਰੇਨ ਇਜ਼ ਨੋਨ ਐਜ਼ ਨਿਊਰੋਲੋਜੀ। ਤਾਂ ਆਪਾਂ ਬਾਕੀ ਜੋ ਵੀ ਇੱਕ ਕੁਐਸਚਨ ਤੋਂ ਦੇਖੋ, ਜੋ ਵੀ ਕੁਐਸਚਨਸ ਆਪਾਂ ਨੂੰ ਬਣ ਸਕਦੇ ਆ ਉਹ ਸਾਰੇ ਕੁਐਸਚਨਸ ਮੈਂ ਤੁਹਾਨੂੰ ਨਾਲ ਨਾਲ ਦੱਸ ਦਿੰਦਾ। ਤਾਂ ਜ਼ਰੂਰੀ ਨਹੀਂ ਹੈ ਵੀ ਆਪਾਂ ਇਹ ਕੁਐਸਚਨ 10-15 ਕੁਐਸਚਨਸ ਹੀ ਡਿਸਕਸ ਕਰਨੇ ਆ। ਜੋ ਵੀ ਆਪਣੇ ਇੱਕ ਕੁਐਸਚਨ ਤੋਂ ਮੈਂ ਤੁਹਾਨੂੰ 5-5 6-6 ਕੁਐਸਚਨ ਕਰਾ ਦਿੰਦਾ, ਜੋ ਵੀ ਆਪਣੇ ਕੁਐਸਚਨਸ ਬਣ ਸਕਦੇ ਆ ਸਾਇੰਸ ਨਾਲ ਰਿਲੇਟਡ, ਉਹ ਵੀ ਮੈਂ ਤੁਹਾਨੂੰ ਵਿੱਚ ਹੀ ਡਿਸਕਸ ਕਰਾ ਦਿੰਦਾ। ਤਾਂ ਸਟੱਡੀ ਆਫ ਬ੍ਰੇਨ ਹੈ ਜੀ ਨਿਊਰੋਲੋਜੀ, ਇਹ ਵੀ ਆਪਾਂ ਯਾਦ ਰੱਖਣਾ ਹੈ। हाँ, लंग्स ਤੁਹਾਨੂੰ ਪਤਾ ਹੀ ਹੈ स्टूडेंट्स, फेफड़े एंड लीवर। वेरी इंपॉर्टेंट क्वेश्चन। लीवर ਤੇ ਇੱਕ ਬਹੁਤ ਹੀ ਕੁਐਸਚਨ, ਬਹੁਤ ਹੀ ਮੋਸਟ ਵਾਂਟਡ ਕੁਐਸਚਨ ਆਪਾਂ ਨੂੰ ਐਗਜ਼ਾਮ 'ਚ ਆਉਂਦਾ ਜੀ। ਐਗਜ਼ਾਮੀਨਰ ਇਸ ਕੁਐਸਚਨ ਨੂੰ ਬਹੁਤ ਜ਼ਿਆਦਾ ਫੋਕਸ ਕਰਦਾ ਹੈ। ਲੀਵਰ 'ਤੇ ਆਪਾਂ ਨੂੰ ਕੁਐਸਚਨ ਆਉਂਦਾ। ਲੀਵਰ 'ਤੇ ਕੀ ਕੁਐਸਚਨ ਆਉਂਦਾ ਦੇਖਾਂਗੇ। ਕੁਐਸਚਨ ਆਉਂਦਾ, ਵਟ ਇਜ਼ ਦਾ ਲਾਰਜੈਸਟ ਗਲੈਂਡ ਇਨ ਹਿਊਮਨ ਬੋਡੀ? ਲਾਰਜੈਸਟ ਗਲੈਂਡ ਇਨ ਹਿਊਮਨ ਬੋਡੀ। ਤਾਂ ਆਪਣੀ ਹਿਊਮਨ ਬੋਡੀ ਦੀ ਸਭ ਤੋਂ ਲਾਰਜੈਸਟ ਗਲੈਂਡ ਦਾ ਨਾਮ ਦੱਸਣਾ, ਗ੍ਰੰਥੀ। ਦੇਖੋ ਗਲੈਂਡਸ ਜਾਂ ਗ੍ਰੰਥੀ ਕੀ ਚੀਜ਼ ਹੁੰਦੀ ਹੈ? ਗਲੈਂਡਸ ਜਾਂ ਗ੍ਰੰਥੀ ਆਪਣੀ ਬੋਡੀ ਦੇ ਵਿੱਚ ਹਾਰਮੋਨਸ ਨੂੰ ਰਿਲੀਜ਼ ਕਰਨ ਦਾ ਕੰਮ ਕਰਦੀ ਹੈ। ਇਹਨਾਂ ਤਾਂ ਆਪਾਂ ਨੂੰ ਪਤਾ ਹੀ ਹੈ ਜੀ, ਹਾਰਮੋਨਸ ਆਪਣੀ ਬੋਡੀ ਦੇ ਅੰਦਰ ਕਾਫੀ ਤਰ੍ਹਾਂ ਦੇ ਰਿਲੀਜ਼ ਹੁੰਦੇ ਰਹਿੰਦੇ। ਉਹਨਾਂ ਹਾਰਮੋਨਸ ਨੂੰ ਕੌਣ ਰਿਲੀਜ਼ ਕਰਦੇ? ਗਲੈਂਡ, ਗ੍ਰੰਥੀ। ਐਂਡ ਸਭ ਤੋਂ ਲਾਰਜੈਸਟ, ਸਭ ਤੋਂ ਵੱਡੀ, ਲਾਰਜੈਸਟ, ਲੌਂਗੈਸਟ ਗਲੈਂਡ ਦਾ ਨਾਮ ਕੀ ਹੈ ਜੀ? ਲੀਵਰ। ਤਾਂ ਲੀਵਰ ਇਜ਼ ਦਾ ਲਾਰਜੈਸਟ ਗਲੈਂਡ ਆਫ ਹਿਊਮਨ ਬੋਡੀ। ਆਪਾਂ ਨੂੰ ਇੱਕ ਕੁਐਸਚਨ ਹੋਰ ਆ ਸਕਦਾ ਇਸ ਤੋਂ, ਆਪਾਂ ਨੂੰ ਪੁੱਛ ਸਕਦੇ ਜੀ ਸੈਕਿੰਡ ਲਾਰਜੈਸਟ ਗਲੈਂਡ, ਸੈਕਿੰਡ ਲਾਰਜੈਸਟ ਗਲੈਂਡ ਆਫ ਹਿਊਮਨ ਬੋਡੀ। ਤਾਂ ਸੈਕਿੰਡ ਲਾਰਜੈਸਟ ਗਲੈਂਡ ਦਾ ਕੀ ਨਾਮ ਹੈ ਜੀ? ਪੈਨਕ੍ਰੀਆਸ। ਤਾਂ ਲਾਰਜੈਸਟ ਗਲੈਂਡ ਹੋ ਜੂਗੀ ਲੀਵਰ, ਸੈਕਿੰਡ ਲਾਰਜੈਸਟ ਗਲੈਂਡ ਹੋ ਜੂਗੀ ਪੈਨਕ੍ਰੀਆਸ। ਤੇ ਇੱਕ ਕੁਐਸਚਨ ਆਪਾਂ ਨੂੰ ਹੋਰ ਆ ਸਕਦਾ ਜੀ, ਸਭ ਤੋਂ ਸਮੋਲੈਸਟ ਗਲੈਂਡ ਇਨ ਹਿਊਮਨ ਬੋਡੀ। ਸਮੋਲੈਸਟ, ਸਭ ਤੋਂ ਛੋਟੀ ਗਲੈਂਡ ਕਿਹੜੀ ਹੁੰਦੀ ਹੈ? ਉਹਦਾ ਨਾਮ ਹੈ ਜੀ ਪਿਟਿਊਟਰੀ ਗਲੈਂਡ। ਪਿਟਿਊਟਰੀ ਗਲੈਂਡ। ਤਾਂ ਪਿਟਿਊਟਰੀ ਗਲੈਂਡ ਇਜ਼ ਦਾ ਸਮੋਲੈਸਟ ਗਲੈਂਡ ਇਨ ਹਿਊਮਨ ਬੋਡੀ। ਇਹ ਕੁਐਸਚਨਸ ਆਪਾਂ ਨੂੰ ਅੱਗੇ ਵੀ ਦੇਖ ਸਕਦੇ। ਤਾਂ ਸਮੋਲੈਸਟ ਗਲੈਂਡ ਇਨ ਹਿਊਮਨ ਬੋਡੀ ਹੋ ਜੂਗੀ ਪਿਟਿਊਟਰੀ ਗਲੈਂਡ, ਸਭ ਤੋਂ ਲਾਰਜੈਸਟ ਹੋ ਜੂਗੀ ਲੀਵਰ, ਐਂਡ ਸੈਕਿੰਡ ਲਾਰਜੈਸਟ ਹੋ ਜੂਗੀ ਪੈਨਕ੍ਰੀਆਸ। ਇੱਕ ਕੁਐਸਚਨ ਹੋਰ ਆਪਾਂ ਨੂੰ ਬਣ ਸਕਦਾ ਪਿਟਿਊਟਰੀ ਗਲੈਂਡ ਤੋਂ। ਪਿਟਿਊਟਰੀ ਗਲੈਂਡ ਦਾ ਇੱਕ ਹੋਰ ਨਾਮ ਹੈ, ਪਿਟਿਊਟਰੀ ਗਲੈਂਡ ਨੂੰ ਮਾਸਟਰ ਗਲੈਂਡ ਵੀ ਕਿਹਾ ਜਾਂਦਾ। ਇਹ ਵੀ ਕੁਐਸਚਨ ਆਉਂਦਾ ਜੀ, ਕਿਹੜੀ ਗਲੈਂਡ, ਕਿਹੜੀ ਗ੍ਰੰਥੀ ਨੂੰ ਮਾਸਟਰ ਗਲੈਂਡ ਕਿਹਾ ਜਾਂਦਾ? ਇਹਦਾ ਨਾਮ ਹੈ ਪਿਟਿਊਟਰੀ ਗਲੈਂਡ। ਤਾਂ ਪਿਟਿਊਟਰੀ ਗਲੈਂਡ ਨੂੰ ਮਾਸਟਰ ਗਲੈਂਡ ਕਿਉਂ ਕਹਿ ਦਿੰਦੇ? ਵੈਸੇ ਤਾਂ ਦੇਖੋ ਸਭ ਤੋਂ ਛੋਟੀ ਗਲੈਂਡ ਹੈ, ਇਹ ਗਲੈਂਡ ਆਪਣੇ ਦਿਮਾਗ ਦੇ ਵਿੱਚ ਹੁੰਦੀ ਹੈ, ਗ੍ਰੰਥੀ ਆਪਣੇ ਦਿਮਾਗ 'ਚ ਹੁੰਦੀ ਹੈ। ਤਾਂ ਪਿਟਿਊਟਰੀ ਗਲੈਂਡ ਬਾਕੀ ਸਾਰੀਆਂ ਗਲੈਂਡਸ ਨੂੰ ਕੰਟਰੋਲ ਕਰਦੀ ਹੈ, ਉਹਨਾਂ ਦੇ ਐਕਸ਼ਨਸ ਨੂੰ, ਵਰਕਿੰਗ ਨੂੰ ਕੰਟਰੋਲ ਕਰਦੀ ਹੈ। ਤਾਂ ਕਰਕੇ ਪਿਟਿਊਟਰੀ ਗਲੈਂਡ ਨੂੰ ਆਪਾਂ ਕੀ ਬੋਲ ਦਿੰਦੇ ਜੀ? ਪਿਟਿਊਟਰੀ ਗਲੈਂਡ ਨੂੰ ਆਪਾਂ ਬੋਲ ਦਿੰਦੇ ਹਾਂ ਮਾਸਟਰ ਗਲੈਂਡ। ਚਲੋ ਚਲਦੇ ਹਾਂ ਜੀ ਆਪਣੇ ਨੈਕਸਟ ਕੁਐਸਚਨ 'ਤੇ। 25th ਕੁਐਸਚਨ ਹੈ, ਵਟ ਇਜ਼ ਦਾ ਫੁੱਲ ਫॉर्म ਆਫ DNA? ਉਹੀ ਕੁਐਸਚਨ ਆ ਗਿਆ ਜੋ ਆਪਾਂ ਪਿੱਛੇ ਕਰਕੇ ਆਏ। DNA ਦੀ ਫੁੱਲ ਫॉर्म ਹੈ ਜੀ, ਈਜ਼ਲੀ ਤੁਸੀਂ ਇਹਦਾ ਆਨਸਰ ਦੇ ਸਕਦੇ ਹੋ। 4th ਆਪਸ਼ਨ ਇਹਦੀ ਆਨਸਰ ਹੈ ਡੀਆਕਸੀ ਰਾਈਬੋ ਨਿਊਕਲਿਕ ਐਸਿਡ। ਤਾਂ DNA ਦੀ ਫੁੱਲ ਫॉर्म ਹੈ ਜੀ ਡੀਆਕਸੀ ਰਾਈਬੋ ਨਿਊਕਲਿਕ ਐਸਿਡ। ਐਂਡ ਇਹਦੇ ਨਾਲ ਨਾਲ ਆਪਾਂ RNA ਦੀ ਫੁੱਲ ਫॉर्म ਵੀ ਯਾਦ ਕਰਕੇ ਆਏ, ਰਾਈਬੋ ਨਿਊਕਲਿਕ ਐਸਿਡ। DRDO ਦੀ ਫੁੱਲ ਫॉर्म ਯਾਦ ਕੀਤੀ, ਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ ਆਰਗੇਨਾਈਜੇਸ਼ਨ। ਤੇ ਫਸਟ ਵੀਡੀਓ ਦੇ ਵਿੱਚ ਆਪਾਂ ਡਿਸਕਸ ਕੀਤੀ BOD ਦੀ ਫੁੱਲ ਫॉर्म। BOD ਦਾ ਮਤਲਬ ਹੈ ਬਾਇਓਲੋਜੀਕਲ ਆਕਸੀਜਨ ਡਿਮਾਂਡ। ਓਕੇ ਜੀ, ਨੈਕਸਟ ਆਪਣਾ ਕੁਐਸਚਨ ਹੈ 26 ਕੁਐਸਚਨ, ਵਿਚ ਕੈਮੀਕਲ ਇਜ਼ ਕਾਮਨਲੀ ਨੋਨ ਐਜ਼ ਕੁਇਕ ਸਿਲਵਰ? ਇਹਨਾਂ ਦੇ ਵਿੱਚੋਂ ਚਾਰੋਂ ਆਪਸ਼ਨਸ ਦੇ ਵਿੱਚੋਂ ਕਿਸ ਚੀਜ਼ ਨੂੰ ਕੁਇਕ ਸਿਲਵਰ ਕਿਹਾ ਜਾਂਦਾ? ਤਾਂ ਇਹਦਾ ਆਨਸਰ ਹੋ ਜੂਗਾ ਜੀ ਸੈਕਿੰਡ ਆਪਸ਼ਨ, ਮਰਕਰੀ, ਪਾਰਾ।
ਮਰਕਰੀ ਪਾਰਾ ਦੇਖੋ ਆਪਾਂ ਸੁਣਿਆ ਆਪਾਂ ਜੋ ਥਰਮਾਮੀਟਰਸ ਯੂਜ਼ ਕਰਦੇ ਹਾਂ ਆਪਣਾ ਬੁਖਾਰ ਚੈੱਕ ਕਰਨ ਲਈ ਉਹਦੇ ਅੰਦਰ ਵੀ ਮਰਕਰੀ ਪਾਇਆ ਜਾਂਦਾ ਹੈ ਅਤੇ ਮਰਕਰੀ ਦਾ ਆਪਾਂ ਦੂਜਾ ਨਾਮ ਦੱਸਣਾ ਹੈ। ਜਿਵੇਂ ਹਰ ਇਨਸਾਨ ਦਾ ਇੱਕ ਦੂਸਰਾ ਨਾਮ ਹੁੰਦਾ ਹੈ ਨਾ ਜੀ, ਜਿਵੇਂ ਸੁਰੇਸ਼ ਕੁਮਾਰ ਉਰਫ ਸੋਨੂ, ਸੁਰੇਸ਼ ਕੁਮਾਰ ਨੂੰ ਆਪਾਂ ਸੋਨੂ ਕਹਿ ਦਿੰਦੇ ਹਾਂ, ਉਵੇਂ ਮਰਕਰੀ ਹੈ ਜੋ ਮਰਕਰੀ ਨੂੰ ਕੀ ਬੋਲਿਆ ਜਾਂਦਾ ਹੈ? ਕੁਇਕ ਸਿਲਵਰ। ਤਾਂ ਇੰਪੋਰਟੈਂਟ ਕੁਐਸਚਨ ਹੈ, ਕੁਇਕ ਸਿਲਵਰ ਕਿਹਨੂੰ ਬੋਲਿਆ ਜਾਂਦਾ ਹੈ? ਮਰਕਰੀ। ਮਰਕਰੀ ਇੱਕ ਸੁਣੀ ਹੈ ਜੀ ਪਾਰਾ ਜੋ ਕਿ ਥਰਮਾਮੀਟਰ 'ਚ ਪਾਇਆ ਜਾਂਦਾ ਹੈ। ਦੋ ਕੁਐਸਚਨ ਆਪਾਂ ਨੂੰ ਇਸ ਤੋਂ ਹੋਰ ਬਣਦੇ ਆ। ਮਰਕਰੀ ਦਾ ਸਿੰਬਲ ਆਪਾਂ ਨੂੰ ਪੁੱਛ ਸਕਦੇ ਆ ਜੀ, ਸਿੰਬਲ ਦੱਸੋ ਮਰਕਰੀ ਨੂੰ ਕੈਮਿਸਟਰੀ ਦੇ ਵਿੱਚ, ਜੋ ਆਪਾਂ ਦੇਖੋ ਪਿਛਲੇ ਕੁਐਸਚਨਸ ਦੇ ਵਿੱਚ ਪੀਰੀਓਡਿਕ ਟੇਬਲ ਆਪਾਂ ਡਿਸਕਸ ਕੀਤਾ ਸੀ ਹੈ ਨਾ, ਤਾਂ ਪੀਰੀਓਡਿਕ ਟੇਬਲ ਦੇ ਵਿੱਚ ਜਿਹੜੇ ਸਾਰੇ ਐਲੀਮੈਂਟਸ ਆ ਉਹਨਾਂ ਨੂੰ ਉਹਨਾਂ ਦੇ ਸਿੰਬਲ ਦੇ ਅਕੋਰਡਿੰਗ ਲਿਖਿਆ ਜਾਂਦਾ। ਤਾਂ ਮਰਕਰੀ ਦਾ ਸਿੰਬਲ ਹੈ ਜੀ Hg, ਬਹੁਤ ਹੀ ਸਤਿਕਾਰ ਨਾਲ ਆਪਣਾ ਨਾਮ ਲੈਂਦੇ ਨੇ Hg। Hg ਕਿਹਦਾ ਸਿੰਬਲ ਹੋ ਜਾਊਗਾ ਜੀ? ਮਰਕਰੀ ਦਾ। ਅਤੇ ਦੂਸਰਾ ਆਪਾਂ ਨੂੰ ਕੁਐਸਚਨ ਆ ਸਕਦਾ ਜੀ ਇਹਨਾਂ ਦਾ ਅਟੋਮਿਕ ਨੰਬਰ ਵੀ ਦੱਸਿਆ ਜਾਵੇ, ਤਾਂ ਮਰਕਰੀ ਦਾ ਅਟੋਮਿਕ ਨੰਬਰ ਹੈ ਜੀ 80, 80। ਤਾਂ 80 ਹੋ ਜਾਊਗਾ ਜੀ ਅਟੋਮਿਕ ਨੰਬਰ ਐਂਡ ਸਿੰਬਲ ਹੋ ਜਾਊਗਾ Hg। ਅੱਜ ਦੇ ਪਾਰਟ 2 ਦਾ ਆਪਣਾ ਲਾਸਟ ਕੁਐਸਚਨ ਹੈ, ਹੀਮੋਗਲੋਬਿਨ ਇਜ਼ ਐਨ ਇੰਪੋਰਟੈਂਟ ਕੰਪੋਨੈਂਟ ਆਫ। ਤਾਂ ਹੀਮੋਗਲੋਬਿਨ ਇਹਨਾਂ ਸਾਰੇ ਆਪਸ਼ਨਸ ਦੇ ਵਿੱਚੋਂ ਕਿਹਦਾ ਇੰਪੋਰਟੈਂਟ ਕੰਪੋਨੈਂਟ ਹੈ? ਇੰਪੋਰਟੈਂਟ ਕੁਐਸਚਨ ਹੈ। ਤਾਂ ਹੀਮੋਗਲੋਬਿਨ ਇਜ਼ ਐਨ ਇੰਪੋਰਟੈਂਟ ਕੰਪੋਨੈਂਟ ਆਫ ਸੈਕਿੰਡ ਆਪਸ਼ਨ ਰੈੱਡ ਬਲੱਡ ਸੈਲਸ। ਸੈਕਿੰਡ ਆਪਸ਼ਨ ਆਪਾਂ ਯਾਦ ਰੱਖਣੀ ਹੈ ਰੈੱਡ ਬਲੱਡ ਸੈਲਸ, ਜਿਹਨੂੰ ਆਪਾਂ RBC ਵੀ ਬੋਲ ਦਿੰਦੇ ਹਾਂ। RBC ਯਾਨੀ ਕਿ ਰੈੱਡ ਬਲੱਡ ਸੈਲਸ, ਆਪਣੇ ਬਲੱਡ ਦੇ ਅੰਦਰ ਸੈਲਸ ਪਾਏ ਜਾਂਦੇ ਆ RBC। ਅਤੇ RBCs ਦਾ ਇੰਪੋਰਟੈਂਟ ਕੰਪੋਨੈਂਟ ਯਾਨੀ ਕਿ ਉਹ RBCs ਕਿਸ ਚੀਜ਼ ਦੇ ਬਣੇ ਹੁੰਦੇ? ਹੀਮੋਗਲੋਬਿਨ। ਤਾਂ ਹੀਮੋਗਲੋਬਿਨ 'ਤੇ ਕੁਐਸਚਨ ਆਪਾਂ ਨੂੰ ਹੋਰ ਆ ਸਕਦਾ, ਹੀਮੋਗਲੋਬਿਨ ਆਪਣੀ ਬੋਡੀ 'ਚ ਕੀ ਕੰਮ ਕਰਦੇ ਆ? ਤਾਂ ਕੰਮ ਹੈ ਇਹਨਾਂ ਦਾ ਟਰਾਂਸਪੋਰਟ ਆਫ ਆਕਸੀਜਨ। ਆਕਸੀਜਨ ਤਾਂ ਦੇਖੋ ਆਪਾਂ ਨੱਕ ਨਾਲ, ਸਾਹ ਰਾਹੀਂ ਆਪਾਂ ਆਪਣੇ ਨੱਕ ਦੇ ਨਾਲ ਆਪਣੀ ਬੋਡੀ 'ਚ ਲੈ ਕੇ ਜਾਂਦੇ ਹਾਂ। ਹੁਣ ਉਹ ਪੂਰੀ ਬੋਡੀ ਦੇ ਵਿੱਚ ਟਰਾਂਸਪੋਰਟ ਕਿਵੇਂ ਹੁੰਦਾ ਹੈ? ਬ੍ਰੇਨ ਤੋਂ ਲੈ ਕੇ ਲੈਗਸ ਤੱਕ, ਪੂਰੇ ਬੋਡੀ ਤੱਕ ਇਹ ਟਰਾਂਸਪੋਰਟ ਕੌਣ ਕਰਦਾ ਜੀ? ਹੀਮੋਗਲੋਬਿਨ। ਤਾਂ ਹੀਮੋਗਲੋਬਿਨ ਇੰਪੋਰਟੈਂਟ ਕੰਪੋਨੈਂਟ ਹੈ RBCs। RBCs ਦੀ ਫੁੱਲ ਫੋਰਮ ਯਾਦ ਰੱਖਣੀ ਹੈ ਰੈੱਡ ਬਲੱਡ ਸੈਲਸ। ਇੱਕ ਕੁਐਸਚਨ ਆਪਾਂ ਨੂੰ ਹੋਰ ਆ ਸਕਦਾ ਇਸ ਤੋਂ, RBCs ਦੀ ਲਾਈਫ 'ਤੇ, ਜਦੋਂ ਆਪਣੀ ਬੋਡੀ ਦੇ ਅੰਦਰ RBCs ਬਣ ਜਾਂਦੇ ਹੈ ਤਾਂ ਉਹਨਾਂ ਦੀ ਲਾਈਫ ਕਿੰਨੇ ਡੇਜ਼ ਹੁੰਦੀ ਹੈ? ਤਾਂ ਇਹ ਵੀ ਆਪਾਂ ਯਾਦ ਰੱਖਣਾ ਹੈ 120 ਡੇਜ਼। ਤਾਂ RBCs ਦੀ ਲਾਈਫ ਕੀ ਹੋਊਗੀ ਜੀ? 120 ਡੇਜ਼। ਓਕੇ ਜੀ, ਆਪਣਾ ਲਾਸਟ ਕੁਐਸਚਨ ਸੀ ਪਾਰਟ 2 ਦਾ। ਇਸ ਤੋਂ ਬਾਅਦ ਆਪਾਂ ਡਿਸਕਸ ਕਰਾਂਗੇ ਪਾਰਟ 3। ਤਾਂ ਨੈਕਸਟ ਹੋਰ ਕੁਐਸਚਨਸ ਤੁਹਾਡੇ ਸਾਹਮਣੇ ਆਪਾਂ ਡਿਸਕਸ ਕਰਾਂਗੇ, ਜੋ ਕਿ ਐਗਜ਼ਾਮ ਪੁਆਇੰਟ ਆਫ ਵਿਊ ਨਾਲ ਕਾਫੀ ਇੰਪੋਰਟੈਂਟ ਕੁਐਸਚਨਸ ਹੋਣਗੇ। ਮਿਲਦੇ ਹਾਂ ਜੀ ਨੈਕਸਟ ਕਲਾਸ ਦੇ ਵਿੱਚ। ਥੈਂਕ ਯੂ।